हाँ जी बेटा, अज आप चैप्टर 7 गुरमुख सिंह मुसाफिर जी बारे पढ़ांगे। ठीक है। सो 1899 ईस्वी ਦੇ ਵਿੱਚ ਉਹਨਾਂ ਦਾ ਜਨਮ ਹੋਇਆ ਤੇ 1976 ਈਸਵੀ ਦੇ ਵਿੱਚ ਉਹ ਅਕਾਲ ਚਲਾਣਾ ਕਰ ਗਏ ਸੀ। ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਜੀਵਨ ਬਾਰੇ ਪੜਾਂਗੇ। ਉਹਨੇ ਆਪਣੇ ਜੀਵਨ ਦੇ ਵਿੱਚ ਕਿਹੜੀਆਂ ਕਹਾਣੀਆਂ ਕਵਿਤਾਵਾਂ ਲਿਖੀਆਂ, ਕੀ ਉਹਨਾਂ ਨੇ ਸੰਘਰਸ਼ ਕੀਤਾ। ਠੀਕ ਹੈ ਬੇਟਾ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦਾ ਜਨਮ 15 ਜਨਵਰੀ 1899 ਈਸਵੀ ਵਿੱਚ ਭਾਈ ਸੁਜਾਨ ਸਿੰਘ ਦੇ ਘਰ ਪਿੰਡ ਅਦਵਾਲ ਜ਼ਿਲ੍ਹਾ ਕੈਂਬਲਪੁਰ ਵਿੱਚ ਹੋਇਆ। ਠੀਕ ਹੈ। ਉਹਨਾਂ ਦਾ ਜਨਮ ਕਦੋਂ ਹੋਇਆ ਸੀ? 15 ਜਨਵਰੀ 1899 ਈਸਵੀ ਦੇ ਵਿੱਚ। ਉਹਨਾਂ ਦੇ ਪਿਤਾ ਜੀ ਦਾ ਨਾਮ ਕੀ ਸੀ? ਸੁਜਾਨ ਸਿੰਘ। ਕੁਝ ਦੇਰ ਉਹਨਾਂ ਨੇ ਮਾਸਟਰੀ ਕੀਤੀ, ਕੁਝ ਸਮਾਂ ਉਹਨਾਂ ਨੇ ਪੜ੍ਹਾਇਆ। ਠੀਕ ਹੈ। 1922 ਈਸਵੀ ਵਿੱਚ ਅਕਾਲੀ ਲਹਿਰ ਤੇ ਫਿਰ ਕਾਂਗਰਸ ਲਹਿਰ ਵਿੱਚ ਉਹ ਸ਼ਾਮਲ ਹੋ ਗਏ। ਦੇਸ਼ ਦੀ ਆਜ਼ਾਦੀ ਲਈ ਲੜਦਿਆਂ ਉਹਨਾਂ ਨੇ ਕਾਫੀ ਜੇਲਾਂ ਵੀ ਕੱਟੀਆਂ। ਦੇਸ਼ ਦੀ ਆਜ਼ਾਦੀ ਦੇ ਲਈ ਉਹ ਲੜਦੇ ਰਹੇ। ਠੀਕ ਹੈ। 1922 ਦੇ ਵਿੱਚ ਉਹ ਅਕਾਲੀ ਲਹਿਰ 'ਚ ਸ਼ਾਮਲ ਹੋ ਗਏ, ਫਿਰ ਉਹ ਕਾਂਗਰਸ ਦੇ ਵਿੱਚ ਆ ਗਏ। ਠੀਕ ਹੈ। ਦੇਸ਼ ਦੀ ਆਜ਼ਾਦੀ ਦੇ ਲਈ ਉਹ ਲੜਦੇ ਰਹੇ। ਲੜਾਈ ਦੇ ਕਾਰਨ ਉਹਨਾਂ ਨੂੰ ਕਾਫੀ ਜੇਲਾਂ ਵੀ ਹੋਈਆਂ, ਜਿਸ ਕਾਰਨ ਉਹਨਾਂ ਨੇ ਜੇਲਾਂ ਕੱਟੀਆਂ। ਠੀਕ ਹੈ। ਆਜ਼ਾਦ ਭਾਰਤ ਵਿੱਚ ਉਹ ਲੋਕ ਸਭਾ ਦੇ ਮੈਂਬਰ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਹੇ। ਠੀਕ ਹੈ ਬੇਟਾ। ਗਿਆਨੀ ਗੁਰਮੁਖ ਸਿੰਘ ਮੁਸਾਫਿਰ ਦੀ ਜਿਹੜੀ ਆਰੰਭਿਕ ਕਵਿਤਾ ਸੀ ਉਹ ਕੀ ਸੀ? ਧਾਰਮਿਕ ਸੀ। ਸਭ ਤੋਂ ਪਹਿਲਾਂ ਉਹਨਾਂ ਨੇ ਜਿਹੜੀ ਕਵਿਤਾਵਾਂ ਲਿਖਣੀਆਂ, ਲੇਖਕੀ ਦਾ ਦੌਰ ਸ਼ੁਰੂ ਕੀਤਾ ਸੀ, ਉਹ ਕੀ ਸੀ? ਸਭ ਤੋਂ ਪਹਿਲਾਂ ਉਹਨਾਂ ਨੇ ਕਵਿਤਾ ਲਿਖੀ ਸੀ, ਧਾਰਮਿਕ ਕਵਿਤਾ ਸੀ। ਠੀਕ ਹੈ। ਤੇ ਇਹ ਦੇਸ਼ ਭਗਤੀ ਦਾ ਅੰਸ਼ ਵੀ ਵਧੇਰੇ ਸੀ। ਦੇਸ਼ ਭਗਤੀ ਦਾ ਅੰਸ਼ ਕਿਉਂ ਸੀਗਾ? ਕਿਉਂਕਿ ਉਹਨਾਂ ਨੇ ਦੇਸ਼ ਭਗਤੀ ਦੇ ਲਈ ਉਹਨਾਂ ਨੇ ਕਾਫੀ ਜੇਲਾਂ ਕੱਟੀਆਂ ਸੀਗੀਆਂ। ਠੀਕ ਹੈ। ਦੇਸ਼ ਆਜ਼ਾਦੀ ਦੇ ਲਈ, ਦੇਸ਼ ਦੀ ਆਜ਼ਾਦੀ ਲਈ ਕਾਫੀ ਉਹਨਾਂ ਨੇ ਜੇਲਾਂ ਕੱਟੀਆਂ ਤੇ ਇਸ ਕਰਕੇ ਜਿਹੜੀ ਉਹਨਾਂ ਦੀ ਕਵਿਤਾਵਾਂ ਸੀ ਉਹਦੇ ਵਿੱਚ ਦੇਸ਼ ਭਗਤੀ ਦੇ ਅੰਸ਼ ਵਧੇਰੇ ਸੀ। ਦੇਸ਼ ਭਗਤੀ ਦੀ ਭਾਵਨਾ ਜ਼ਿਆਦਾ ਭਰੀ ਹੋਈ ਸੀ ਉਹਨਾਂ ਦੀ ਕਵਿਤਾਵਾਂ ਦੇ ਵਿੱਚ। ਇਹਨਾਂ ਦੀ ਬਹੁਤੀ ਸਾਹਿਤਕ ਰਚਨਾ ਜੇਲ੍ਹ ਸਮੇਂ ਦੀ ਹੈ। ਜਦੋਂ ਉਹਨਾਂ ਨੂੰ ਜੇਲ੍ਹ ਹੋ ਗਈ ਸੀ ਉਸ ਸਮੇਂ ਉਹ ਜੇਲ੍ਹ ਦੇ ਵਿੱਚ ਬੈਠ ਕੇ ਸਾਹਿਤਕ ਰਚਨਾ ਕਰਦੇ ਸੀ, ਕਵਿਤਾਵਾਂ, ਕਹਾਣੀਆਂ, ਨਾਵਲ, ਨਾਟਕ ਲਿਖਦੇ ਸੀਗੇ। ਠੀਕ ਹੈ। ਆਪ ਨੇ ਕਵਿਤਾ ਤੋਂ ਛੁੱਟ ਕਹਾਣੀਆਂ ਅਤੇ ਵਿਚਾਰ ਭਰਪੂਰ ਵਾਰਤਕ ਵੀ ਰਚੀ। ਵਾਰਤਕ ਵੀ ਲਿਖੀ ਉਹਨਾਂ ਨੇ। ਇਹਨਾਂ ਦੀਆਂ ਪ੍ਰਸਿੱਧ ਰਚਨਾਵਾਂ ਕਿਹੜੀਆਂ ਨੇ? ਪ੍ਰੇਮ ਬਾਣ, ਜੀਵਨ ਪੰਧ, ਮੁਸਾਫਰੀਆਂ, ਸਸਤਾ ਤਮਾਸ਼ਾ, ਗੁਟਾਰ, ਗਾਂਧੀ ਗੀਤਾ ਆਦਿ। ਇਹ ਇਹਨਾਂ ਦੀਆਂ ਸਾਰੀਆਂ ਹੀ ਕਵਿਤਾਵਾਂ ਦੇ ਨਾਮ ਨੇ। ਬੇਟਾ ਤੁਹਾਨੂੰ ਇਹ ਚੰਗੀ ਤਰ੍ਹਾਂ ਹਰੇਕ ਰਾਈਟਰ ਬਾਰੇ ਪੜ੍ਹ ਲੈਣਾ। ਠੀਕ ਹੈ। ਤਾਂ ਇਹਦੇ ਵਿੱਚੋਂ ਇੱਕ ਨੰਬਰ ਦੇ ਸ਼ਾਰਟ ਕੁਐਸਚਨ ਆਉਂਦੇ ਨੇ। ਹੁਣ ਅੱਗੇ ਆਪਾਂ ਪੜਾਂਗੇ ਕੀੜੀ ਕਵਿਤਾ। ਕੀੜੀ ਕਵਿਤਾ ਜਿਹੜੀ ਉਹਦੇ ਤੋਂ ਕੀ ਸਿੱਖਿਆ ਮਿਲਦੀ ਹੈ ਆਪਾਂ ਨੂੰ, ਜਿਹੜੀ ਗੁਰਮੁਖ ਸਿੰਘ ਮੁਸਾਫਿਰ ਜੀ ਦੀ ਲਿਖੀ ਹੋਈ ਹੈ। ਕੀੜੀ ਵੱਧਦੀ ਜਾਵੇ ਤਾਂਗ ਕਿਸੇ ਵਿੱਚ ਵੱਧਦੀ ਜਾਵੇ, ਕਿਧਰੋਂ ਭਿਣਕ ਪਈ ਭੋਰੇ ਦੀ, ਇੱਕ ਦੂਜੀ ਨੂੰ ਖਬਰ ਪਹੁੰਚਾਵੇ, ਵੱਧਦੀ ਜਾਵੇ। ਇਸ ਦੇ ਵਿੱਚ ਕਵੀ ਕਹਿੰਦਾ ਹੈ ਕਿ ਜਿਹੜੀ ਕੀੜੀ ਆ ਉਹ ਬੜੀ ਲਗਨ ਤੇ ਹਿੰਮਤ ਦੇ ਨਾਲ ਜਿਹੜੀ ਕੀ ਉਹ ਅੱਗੇ ਵੱਧਦੀ ਜਾਂਦੀ ਹੈ। ਠੀਕ ਹੈ। ਤੇ ਉਹਦੇ ਵਿੱਚ ਜਿਹੜੀ ਕੀ ਹੈ, ਜੇ ਕਿਸੇ ਪਾਸੇ ਉਹਨੂੰ ਖਾਣ ਲਈ ਕੋਈ ਭੋਰਾ ਵੀ ਚੀਜ਼ ਮਿਲ ਜਾਵੇ, ਭੋਰਾ ਕਹਿੰਦਾ ਥੋੜਾ ਕਿਣਕਾ ਵੀ ਮਿਲ ਜਾਏ ਉਹਨਾਂ ਨੂੰ, ਠੀਕ ਹੈ, ਤਾਂ ਕੀ ਹੈ ਉਹ ਉਸ ਤੋਂ ਬਾਅਦ ਉਹ ਦੂਜੀਆਂ ਕੀੜੀਆਂ ਨੂੰ ਸੂਹ ਦੇਣ ਦੀ ਇੱਛਾ ਰੱਖਦੇ ਆ। ਮਤਲਬ ਦੂਜੀਆਂ ਕੀੜੇ ਨੂੰ ਜਾ ਕੇ ਖਬਰ ਦਿੰਦੇ ਆ ਵੀ ਆਹ ਜਗ੍ਹਾ ਤੇ ਕਿਣਕਾ ਪਿਆ। ਵੱਧਦੀ ਜਾਵੇ ਪਰ ਉਹ ਆਪਣੀ ਲਗਨ ਦੇ ਵਿੱਚ ਮਸਤ ਹੋ ਕੇ ਅੱਗੇ ਵੱਧਦੀ ਜਾਂਦੀ ਹੈ। ਆਪਣੀ ਧੁਨ ਵਿੱਚ ਮਸਤੀ ਅੰਦਰ ਨਹੀਂ ਛੱਡਦੀ ਉਦਮ ਦੀ ਵਾਦੀ ਕਹਿੰਦਾ ਬੇਟਾ ਆਦਤ। ਔਖੀ ਹੋ ਸੌਖੀ ਹੋ ਜਾਵੇ, ਵੱਧਦੀ ਜਾਵੇ। ਜਿਹੜੀ ਕੀੜੀ ਹੈ ਉਹ ਕੀ ਹੈ, ਆਪਣੀ ਲਗਨ ਦੇ ਨਾਲ ਕੀ ਹੈ ਉਹ ਅੱਗੇ ਵੱਧਦੀ ਜਾਂਦੀ ਹੈ। ਚਾਹੇ ਉਹਨੂੰ ਔਖ ਹੋਵੇ, ਚਾਹੇ ਉਹ ਮਸਤੀ ਹੋਵੇ, ਪਰ ਉਹ ਆਪਣੀ ਹਿੰਮਤ, ਲਗਨ ਤੇ ਮਿਹਨਤ ਦੇ ਨਾਲ ਕੀ ਉਹ ਅੱਗੇ ਵੱਧਦੀ ਜਾਂਦੀ ਹੈ। ਤੇ ਉਹਨੂੰ ਕੀ ਹੈ ਪਰ ਉਹ ਆਪਣੀ ਮੰਜ਼ਿਲ ਵੱਲ ਵੱਧਦੀ ਜਾਂਦੀ ਹੈ ਤੇ ਅੰਤ ਵਿੱਚ ਉਹ ਆਪਣੀ ਮੰਜ਼ਿਲ ਤੱਕ ਉਹ ਪਹੁੰਚ ਜਾਂਦੀ ਹੈ। ਪਰ ਉਹ ਲਗਾਤਾਰ ਹੈ ਜਿਹੜੀ ਕਿ ਉਹ ਵੱਧਦੀ ਜਾ ਰਹੀ ਹੈ। ਔੜ ਸੌੜ ਲਈ ਕਰੇ ਤਿਆਰੀ, ਕੀੜੀ ਨੂੰ ਵੀ ਜਾਨ ਪਿਆਰੀ, ਤੁਰਿਆ ਰਹਿਣਾ ਹੌਲੀ ਪਰ ਹਫਣਾ ਨਹੀਂ ਬਹਿਣਾ। ਹੁਣ ਇਹਦੇ ਵਿੱਚ ਗੁਰਮੁਖ ਸਿੰਘ ਮੁਸਾਫਿਰ ਜੀ ਕਹਿੰਦੇ ਨੇ, ਕਵੀ ਕਹਿੰਦੇ ਕਿ ਕੀੜੀ ਹੈ ਜਿਹੜੀ ਬੜੀ ਲਗਨ ਦੇ ਨਾਲ ਆਪਣੇ ਕੰਮ ਦੇ ਵਿੱਚ ਜੁਟੀ ਰਹਿੰਦੀ ਹੈ ਤੇ ਅੱਗੇ ਵੱਧਦੀ ਜਾਂਦੀ ਹੈ। ਔੜ ਸੌੜ ਮਤਲਬ ਕੀ ਆ, ਔਖੇ ਸਮੇਂ ਦੇ ਵਿੱਚ ਵੀ ਕੀ ਆ ਉਹ, ਠੀਕ ਹੈ, ਅੰਨ ਇਕੱਠਾ ਕਰਦੀ ਰਹਿੰਦੀ ਹੈ, ਕਰਨ ਦੀ ਤਿਆਰੀ ਵਿੱਚ ਲੱਗੀ ਰਹਿੰਦੀ ਹੈ ਉਹ। ਤੇ ਜਿਹੜੇ ਸੰਸਾਰ ਦੇ ਵਿੱਚ ਹਰੇਕ ਜੀਵ ਹੁੰਦਾ ਹੈ ਜਿਹਨੂੰ ਆਪਣੀ ਜਾਨ ਪਿਆਰੀ ਹੁੰਦੀ ਹੈ, ਇਸੇ ਤਰ੍ਹਾਂ ਕੀੜੀ ਨੂੰ ਆਪਣੀ ਜਾਨ ਪਿਆਰੀ ਹੈ। ਤੁਰਿਆ ਰਹਿਣਾ ਹੌਲੀ ਪਰ ਹਫਣਾ ਨਹੀਂ ਬਹਿਣਾ। ਕੀੜੀ ਜਿਹੜੀ ਕੀ ਆ ਉਹ ਲਗਾਤਾਰ ਤੁਰਦੀ ਰਹਿੰਦੀ ਹੈ। ਜੇਕਰ ਉਹ ਜ਼ਿਆਦਾ ਤੇਜ਼ ਭੱਜੂਗੀ, ਠੀਕ ਹੈ, ਤਾਂ ਉਹ ਥੱਕ ਜੂਗੀ। ਇਸ ਕਰਕੇ ਕੀੜੀ ਜਿਹੜੀ ਹੌਲੀ ਤੁਰਦੀ ਰਹਿੰਦੀ ਹੈ, ਉਹਨੂੰ ਥਕਾਵਟ ਨਹੀਂ ਹੁੰਦੀ ਹੈਗੀ ਬਿਲਕੁਲ ਵੀ। ਹੌਲੀ ਪਰ ਹਫਣਾ ਨਹੀਂ ਬਹਿਣਾ, ਹੌਲੀ ਚੱਲਦੀ ਰਹਿੰਦੀ ਹੈ ਪਰ ਥਕਾਵਟ ਮਹਿਸੂਸ ਨਹੀਂ ਕਰਨੀ ਹੈਗੀ। ਕੀੜੀ ਜਿਹੜੀ ਆਪਣੀ ਲਗਾਤਾਰ ਚਾਲ ਦੇ ਨਾਲ ਉਹ ਕੀ ਹੈ ਚੱਲਦੀ ਰਹਿੰਦੀ ਹੈ। ਕਿ ਜਿਹੜਾ ਇਨਸਾਨ ਜ਼ਿਆਦਾ ਤੇਜ਼ ਦੌੜਦਾ, ਹੁਣ ਇਹਦੇ ਵਿੱਚ ਇੱਕ ਮੈਂ ਤੁਹਾਨੂੰ ਐਗਜ਼ਾਮਪਲ ਇਹ ਵੀ ਦਿੰਦੀ ਹਾਂ।
ਹੁਣ ਤੁਸੀਂ ਕੀ ਹੋ, ਜਦੋਂ ਆਪਾਂ ਕੀ ਹੈ ਆਪਣੇ ਐਗਜ਼ਾਮ ਹੋਣੇ ਨੇ, ਠੀਕ ਹੈ, ਐਗਜ਼ਾਮ ਦੇ ਵਿੱਚ ਕੁਝ ਬੱਚੇ ਹੁੰਦੇ ਨੇ ਪੂਰਾ ਸਾਲ ਪੜ੍ਹਦੇ ਨਹੀਂ ਹੈਗੇ, 2-4 ਦਿਨ ਪਹਿਲਾਂ ਬੁੱਕਸ ਚੱਕ ਲਾਉਂਦੇ ਨੇ ਵੀ ਹਾਂ ਅਸੀਂ ਹੁਣ ਪੜ੍ਹਨਾ ਹੈ। ਤਾਂ ਇਹਦੇ ਵਿੱਚ ਕੀ ਹੈ, ਜਿਹੜੀ ਉਹਨੂੰ ਆਪਣੇ ਮਾਰਕਸ ਹੁੰਦੇ ਨੇ ਪੇਪਰ ਦੇ ਵਿੱਚ, ਤਾਂ ਉਹਨੂੰ ਬਹੁਤ ਐਂ ਲੱਗਦੇ ਨੇ ਵੀ ਇੰਨਾ ਸਿਲੇਬਸ ਪਿਆ ਮੇਰਾ ਪੜ੍ਹਨ ਵਾਲਾ, ਠੀਕ ਹੈ, ਉਹਨੂੰ ਮਾਰਕਸ ਲੈਣੇ ਬਹੁਤ ਔਖੇ ਹੋ ਜਾਂਦੇ ਨੇ ਵੀ ਬਸ ਪਾਸ ਹੋ ਜਾਣ, ਨਹੀਂ ਬਹੁਤ ਹੈ। ਪਰ ਜਿਹੜੇ ਬੱਚੇ ਦੇ ਵਿੱਚ ਹਿੰਮਤ, ਲਗਨ ਤੇ ਮਿਹਨਤ ਕਰਨ ਦਾ ਜਜ਼ਬਾ ਹੁੰਦਾ ਹੈ, ਠੀਕ ਹੈ, ਤਾਂ ਉਹ ਬੱਚਾ ਕੀ ਹੈ, ਉਹ ਸਟਾਰਟਿੰਗ ਤੋਂ ਸਾਲ ਦੇ ਸ਼ੁਰੂ ਤੋਂ ਹੀ ਪੜ੍ਹਨਾ ਸ਼ੁਰੂ ਕਰ ਦਿੰਦਾ ਹੈ। ਇਸੇ ਤਰ੍ਹਾਂ ਹੀ ਕੀੜੀ ਹੈ ਜਿਹੜੀ ਆਪਾਂ ਨੂੰ ਸਿੱਖਿਆ ਦਿੰਦੀ ਹੈ ਇਹ, ਠੀਕ ਹੈ, ਵੀ ਹੌਲੀ ਹੌਲੀ ਲਗਾਤਾਰ ਚੱਲੀ ਚੱਲੋ, ਆਪਣੀ ਮੰਜ਼ਿਲ ਵੱਲ ਵਧੀ ਚੱਲਿਓ, ਠੀਕ ਹੈ, ਰੁਕਣਾ ਨਹੀਂ ਹੈਗਾ। ਜੇਕਰ ਤੁਸੀਂ ਰੁਕ ਜਾਓਗੇ ਫਿਰ ਬਾਅਦ ਚ ਇੱਕਦਮ ਤੇਜ਼ ਦੌੜੋਗੇ ਤਾਂ ਤੁਸੀਂ ਥੱਕ ਜਾਓਗੇ, ਤਾਂ ਤੁਹਾਨੂੰ ਆਪਣੀ ਮੰਜ਼ਿਲ ਵੀ ਬਹੁਤ ਦੂਰ ਲੱਗੂਗੀ ਵੀ ਇਸ ਦਾ ਬਹੁਤ ਦੂਰ ਲੰਮਾ ਪੈਂਡਾ ਪਿਆ। ਜਿਹੜੀ ਕੀੜੀ ਹੈ ਉਹ ਕੀ ਹੈ, ਹੌਲੀ ਹੌਲੀ ਆਪਣੀ ਮੰਜ਼ਿਲ ਵੱਲ ਉਹ ਵਧੀ ਜਾਂਦੀ ਹੈ, ਠੀਕ ਹੈ, ਤੇ ਹੌਲੀ ਹੌਲੀ ਕੀ ਹੈ, ਉਸ ਆਪਣੇ ਸਾਰੇ ਕੰਮ ਦੇ ਵਿੱਚ ਜੁਟ ਜਾਂਦੀ ਹੈ ਤੇ ਆਪਣਾ ਕੰਮ ਪੂਰਾ ਕਰ ਲੈਂਦੀ ਹੈ ਤੇ ਅੰਤ ਦੇ ਵਿੱਚ ਉਹ ਕੀ ਆਪਣੀ ਮੰਜ਼ਿਲ ਪ੍ਰਾਪਤ ਕਰ ਲੈਂਦੀ ਹੈ, ਠੀਕ ਹੈ। ਅੱਗੇ ਨੈਕਸਟ ਹੈਗਾ ਬੇਟਾ, ਬਹੁਤੀ ਤੇਜ਼ੀ ਬਹੁਤ ਥਕਾਵੇ, ਬਹੁਤੀ ਤੇਜ਼ੀ ਬਹੁਤ ਥਕਾਵੇ, ਹੁੱਟਿਆ ਮੰਜ਼ਿਲ ਦੂਰ ਦਿਸਾਵੇ, ਹੌਲੀ ਹੌਲੀ ਤੁਰਦੀ ਜਾਂਦੀ ਤੁਰਦੀ ਜਾਂਦੀ ਤੁਰਦੀ ਜਾਂਦੀ। ਹੁਣ ਇਹਦੇ ਵਿੱਚ ਕੀ ਹੈ, ਕਵੀ ਕੀ ਕਹਿ ਰਿਹਾ ਹੈ ਕਿ ਜਦੋਂ ਬਹੁਤ ਹੀ ਤੇਜ਼ੀ ਨਾਲ ਜੇਕਰ ਕੋਈ ਵੀ ਇਨਸਾਨ ਤੁਰਦਾ ਤਾਂ ਉਹ ਥੱਕ ਜਾਂਦਾ ਹੈ, ਠੀਕ ਹੈ, ਤਾਂ ਕਿ ਇਹ ਜਿਹੜੀ ਤੁਹਾਨੂੰ ਆਪਣੀ ਮੰਜ਼ਿਲ ਵੀ ਦੂਰ ਦਿਸਦੀ ਹੈ। ਜਦੋਂ ਹੌਲੀ ਹੌਲੀ ਕੀੜੀ ਤੁਰਦੀ ਜਾਂਦੀ ਹੈ ਤਾਂ ਉਹ ਜਲਦੀ ਜਲਦੀ ਆਪਣੀ ਮੰਜ਼ਿਲ ਨੂੰ ਪ੍ਰਾਪਤ ਕਰ ਲੈਂਦੀ ਹੈ। ਨੈਕਸਟ ਹੈਗਾ, ਧੁੰਦੇ ਪੱਕੇ ਧੀਰਜ ਵਾਲੇ, ਤੋਰ ਨਾ ਛੱਡਣ ਪੈਣ ਨਾ ਕਾਲੇ, ਨਦੀਆਂ ਚਾਲ ਗੰਭੀਰ ਚਲਦੀਆਂ, ਸ਼ੋ ਸਾਗਰ ਵਿੱਚ ਜਾ ਰਲਦੀਆਂ, ਥੰਮਣਾ ਰੁਕਣਾ ਮੌਤ ਨਿਸ਼ਾਨੀ, ਦੇ ਸੜਾਂਦ ਖੜੋਤਾ ਪਾਣੀ, ਤੁਰਦੀ ਜਾਂਦੀ ਤੁਰਦੀ ਜਾਂਦੀ। ਹੁਣ ਇਹਦੇ ਵਿੱਚ ਕਵੀ ਹੈ ਜਿਹੜਾ ਕੀ ਹੈ, ਗੁਰਮੁਖ ਸਿੰਘ ਮੁਸਾਫਰ ਕਹਿੰਦੇ ਜਿਹੜੇ ਇਰਾਦੇ ਅਥਵਾ ਧੁੰਦੇ ਪੱਕੇ ਹੁੰਦੇ ਨੇ, ਲਗਨ ਵਾਲੇ ਤੇ ਹੌਸਲੇ ਦੇ ਵਾਲੇ ਹੁੰਦੇ ਨੇ, ਉਹ ਕੀ ਹੈ ਸਦਾ ਅੱਗੇ ਵਧਦੇ ਰਹਿੰਦੇ ਨੇ, ਠੀਕ ਹੈ, ਤਾਂ ਉਹ ਕਦੇ ਵੀ ਨਹੀਂ ਰੁਕਦੇ ਹੈਗੇ, ਨਾ ਹੀ ਉਹ ਕਾਲੇ ਪੈਂਦੇ ਨੇ, ਠੀਕ ਹੈ। ਜਿਵੇਂ ਨਦੀਆਂ ਚਾਲ ਗੰਭੀਰ ਚੱਲਦੀਆਂ, ਨਦੀਆਂ ਨੇ ਜਿਹੜੀਆਂ ਆਪਣੀ ਸ਼ਾਂਤ ਅਵਸਥਾ ਦੇ ਵਿੱਚ ਚੱਲਦੀਆਂ ਨੇ, ਠੀਕ ਹੈ, ਤਾਂ ਉਹਨਾਂ ਦਾ ਜਿਹੜਾ ਪਾਣੀ ਹੈ ਸ਼ੋ ਕੀ ਹੁੰਦਾ, ਸਮੁੰਦਰ ਦੇ ਵਿੱਚ ਜਾ ਰਲਦੀਆਂ। ਤਾਂ ਨਦੀਆਂ ਜਿਹੜੀਆਂ ਆਪਣੀ ਰਫ਼ਤਾਰ ਦੇ ਨਾਲ ਚੱਲਦੀਆਂ ਰਹਿੰਦੀਆਂ ਤੇ ਅੰਤ ਦੇ ਵਿੱਚ ਜਿਹੜਾ ਨਦੀਆਂ ਦਾ ਪਾਣੀ ਹੈ ਉਹ ਕੀ ਹੈ, ਸਮੁੰਦਰ ਦੇ ਵਿੱਚ ਰਲ ਜਾਂਦਾ ਹੈ। ਥੰਮਣਾ ਰੁਕਣਾ ਮੌਤ ਨਿਸ਼ਾਨੀ, ਦੇ ਸੜਾਂਦ ਖੜੋਤਾ ਪਾਣੀ, ਤੁਰਦੀ ਜਾਂਦੀ ਤੁਰਦੀ ਜਾਂਦੀ। ਕਹਿੰਦੇ ਜਿਹੜਾ ਥੰਮਣਾ ਹੈ, ਰੁਕਣਾ ਹੈ, ਇਹ ਕੀ ਹੈ, ਇਹ ਮੌਤ ਦੀ ਨਿਸ਼ਾਨੀ ਹੈ। ਇੱਕ ਥਾਂ ਤੇ ਖੜ ਕੇ ਕੀ ਹੈ, ਜੇ ਇੱਕ ਪਾਣੀ ਇੱਕ ਥਾਂ ਤੇ ਖੜਾ ਰਹੂਗਾ ਉਹ ਪਾਣੀ ਦੇ ਵਿੱਚ ਬੋ ਆਉਣ ਲੱਗ ਜਾਂਦੀ ਹੈ, ਬਦਬੂ ਆਉਣ ਲੱਗ ਜਾਂਦੀ ਹੈ, ਠੀਕ ਹੈ, ਤੇ ਉੱਥੇ ਗੰਦਗੀ ਪੈਦਾ ਹੋ ਜਾਂਦੀ ਹੈ। ਜੇਕਰ ਇਹ ਪਾਣੀ ਲਗਾਤਾਰ ਚੱਲਦਾ ਰਹੇ ਤਾਂ ਪਾਣੀ ਵੀ ਸਾਫ਼ ਸੁਥਰਾ ਰਹਿੰਦਾ ਹੈ ਤੇ ਕੀ ਹੈ, ਅੱਗੇ ਵਧਦਾ ਜਾਂਦਾ ਹੈ, ਠੀਕ ਹੈ, ਤਾਂ ਤੁਰਦੀ ਜਾਂਦੀ ਤੁਰਦੀ ਜਾਂਦੀ। ਇਸੇ ਤਰ੍ਹਾਂ ਕੀੜੇ ਜਿਹੜੀ ਆਪਣੀ ਰਫ਼ਤਾਰ ਦੇ ਨਾਲ ਉਹ ਇੱਕ ਦੂਜੀ ਨੂੰ ਨਾਲ ਰਲਾਉਂਦੀ, ਇੱਕ ਉਧਰੋਂ ਇੱਕ ਅੱਗੋਂ ਆਵੇ, ਇੱਕ ਦੂਜੇ ਨੂੰ ਨਾ ਟਕਰਾਵੇ, ਵੱਧਦੀ ਜਾਵੇ ਵੱਧਦੀ ਜਾਵੇ। ਜਿਹੜੀ ਕੀੜੀਆਂ ਨੂੰ ਇੱਕ ਦੂਜੇ ਨੂੰ ਆਪਣੇ ਨਾਲ ਰਲਾਉਂਦੀਆਂ ਨੇ, ਇੱਕ ਇਧਰੋਂ ਆ ਰਹੀ ਹੈ ਤੇ ਇੱਕ ਅੱਗੋਂ ਆ ਰਹੀ ਹੈ, ਇੱਕ ਜਾ ਰਹੀ ਹੈ ਇੱਕ ਆ ਰਹੀ ਹੈ, ਇਸ ਤਰ੍ਹਾਂ ਆਉਂਦੇ ਨੇ, ਪਰ ਫਿਰ ਵੀ ਇੱਕ ਦੂਜੇ ਦੇ ਵਿੱਚ ਬਿਲਕੁਲ ਨਹੀਂ ਟਕਰਾਉਂਦੀਆਂ ਹੈਗੀਆਂ, ਵੱਧਦੀ ਜਾਵੇ ਵੱਧਦੀ ਜਾਵੇ, ਪਰ ਇਹ ਲਗਾਤਾਰ ਆਪਣੀ ਮੰਜ਼ਿਲ ਦੇ ਵੱਲ ਵਧਦੀਆਂ ਜਾਂਦੀਆਂ ਨੇ। ਜੇ ਹੱਥ ਆਇਆ ਭਾਰਾ ਦਾਣਾ, ਚਵਾਂ ਨੇ ਰਲ ਮਿਲ ਕੇ ਚਾਣਾ। ਜੇ ਕਿਸੇ ਇੱਕ ਕੀੜੀ ਦੇ ਹੱਥ ਭਾਰਾ ਦਾਣਾ ਆ ਜਾਵੇ, ਇਕੱਠ ਦੇ ਵਿੱਚ ਕੀੜੀਆਂ ਤੁਰਦੀਆਂ ਨੇ, ਇੱਕ ਦੂਜੇ ਦਾ ਉਹ ਸਾਥ ਨਹੀਂ ਛੱਡਦੀਆਂ, ਸਾਰੀਆਂ ਇਕੱਠੀਆਂ ਹੋ ਕੇ ਚੱਲਦੀਆਂ ਨੇ। ਇੱਕ ਢੂੰਡੇ ਇੱਕ ਚੁੱਕ ਲਿਆਵੇ, ਇੱਕ ਲੱਭਦੀ ਹੈ ਇੱਕ ਚੁੱਕ ਕੇ ਲੈ ਕੇ ਆਉਂਦੀ ਹੈ ਦਾਣਾ ਅੰਨ ਦਾ, ਠੀਕ ਹੈ, ਅਗਲੀ ਤੀਕ ਪਹੁੰਚਾਵੇ। ਇੱਕ ਦੂਜੇ ਤੱਕ ਉਹ ਰਿਜ਼ਕ ਦਾ ਜਿਹੜਾ ਦਾਣਾ, ਅੰਨ ਦਾ ਦਾਣਾ ਉਹ ਪਹੁੰਚਾਉਂਦੀਆਂ ਨੇ ਤੇ ਇਕੱਠੀਆਂ ਤੁਰਦੀਆਂ ਨੇ। ਇੱਕ ਦੇ ਪਿੱਛੇ ਇੱਕ ਤੁਰਦੀ, ਇੱਕ ਕੀੜੀ ਦੇ ਪਿੱਛੇ ਦੂਜੀ ਕੀੜੀ ਤੁਰਦੀ ਰਹਿੰਦੀ ਹੈ ਤੇ ਮਿਲਵਾ ਉਦਮ ਜਥੇਬੰਦੀ, ਰਲ ਮਿਲ ਕੇ ਹਿੰਮਤ ਕਰਦੀਆਂ ਨੇ ਸਾਰੀਆਂ ਕੀੜੀਆਂ। ਇਹੀ ਕਾਰਨ ਹੈ ਕਿ ਉਹਨਾਂ ਦੀ ਇੱਕ ਜਥੇਬੰਦੀ ਹੁੰਦੀ ਹੈ। ਇਸ ਤਰ੍ਹਾਂ ਉਹ ਸਭ ਨੂੰ ਰਲ ਮਿਲ ਕੇ ਕੰਮ ਕਰਨ ਦੀ ਪ੍ਰੇਰਨਾ ਦਿੰਦੀਆਂ ਹਨ ਵੀ ਸਾਰੇ ਜੇਕਰ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਤਾਂ ਸਭ ਕੁਝ ਬਣ ਜਾਂਦਾ ਹੈ ਤੇ ਆਪਾਂ ਨੂੰ ਆਪਣੀ ਰਫ਼ਤਾਰ ਦੇ ਨਾਲ, ਆਪਣੀ ਚਾਲ ਦੇ ਨਾਲ ਲਗਾਤਾਰ ਆਪਣੀ ਮੰਜ਼ਿਲ ਦੇ ਵੱਲ ਵਧਦੇ ਜਾਣਾ ਚਾਹੀਦਾ ਹੈ। ਨੈਕਸਟ ਹੈਗਾ ਬੇਟਾ ਅਰਦਾਸ ਕਵਿਤਾ। ਖਸ ਲੈ ਤੇਰਾ ਹੀ ਸਮਾਨ ਬੇਸ਼ੱਕ ਖਸ ਲੈ, ਬਖਸ਼ਿਆ ਤੇਰਾ ਹੀ ਹੈ ਸਨਮਾਨ ਬੇਸ਼ੱਕ ਖਸ ਲੈ। ਸਿੰਚ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ, ਦਿਲ ਮੇਰੇ ਵਿੱਚ ਲੁਕਿਆ ਅਰਮਾਨ ਬੇਸ਼ੱਕ ਖਸ ਲੈ। ਇਸ ਦੇ ਵਿੱਚ ਕਵੀ ਗੁਰਮੁਖ ਸਿੰਘ ਮੁਸਾਫਰੇ ਕਹਿ ਰਹੇ ਨੇ ਇਸ ਕਵਿਤਾ ਦੇ ਵਿੱਚ ਵੀ ਜਿਹੜਾ ਕਵੀ ਹੈ ਉਦਾਸੀ ਦੇ ਪਲਾਂ ਵਿੱਚ ਪ੍ਰਮਾਤਮਾ ਨੂੰ ਕਹਿੰਦਾ ਹੈ, ਠੀਕ ਹੈ। ਜਿਹੜਾ ਕਵੀ ਹੈ ਉਹ ਕੀ ਹੈ, ਜਦੋਂ ਕਵਿਤਾ ਉਹਨਾਂ ਨੇ ਲਿਖਿਆ ਤਾਂ ਉਦਾਸੀ ਦੇ ਪਲਾਂ ਵਿੱਚ ਉਹ ਕੀ ਹੈ, ਪਰਮਾਤਮਾ ਨੂੰ ਕਹਿ ਰਹੇ ਨੇ ਵੀ ਜਿੰਨਾ ਵੀ ਤੈਨੇ ਮੈਨੂੰ ਸਮਾਨ ਦਿੱਤਾ, ਹੇ ਪ੍ਰਭੂ ਜੋ ਵੀ ਤੂੰ ਸਮਾਨ ਮੈਨੂੰ ਦਿੱਤਾ ਹੈ, ਤੂੰ ਉਹ ਸਾਰਾ ਕੁਝ ਤੇਰਾ ਹੀ ਦਿੱਤਾ ਹੈ, ਬੇਸ਼ੱਕ ਤੂੰ ਉਹ ਲੈ ਲੈ। ਬਖਸ਼ਿਆ ਤੇਰਾ ਹੀ ਸਨਮਾਨ ਬੇਸ਼ੱਕ ਖਸ ਲੈ।
ਸਾਰਾ ਸਨਮਾਨ ਹੈ ਜਿਹੜਾ ਕਿ ਇੱਜ਼ਤ ਮਾਨ ਸਨਮਾਨ ਆ, ਉਹ ਸਭ ਤੇਰਾ ਬਖਸ਼ਿਆ ਹੈ, ਬੇਸ਼ੱਕ ਤੂੰ ਉਹ ਮੇਰੇ ਤੋਂ ਲੈ ਲੈ। ਸਿੰਚ ਕੇ ਲਹੂ ਜਿਗਰ ਦਾ ਪਾਲਿਆ ਮੈਂ ਪੋਸਿਆ, ਜਿਹੜਾ ਮੈਂ ਆਪਣੇ ਜਿਗਰ ਦੇ ਲਹੂ ਦੇ ਨਾਲ ਆਪਣੇ ਦਿਲ ਦੇ ਵਿੱਚ ਜਿਹੜੇ ਅਰਮਾਨ ਪਾਲੇ ਹੋਏ ਨੇ, ਠੀਕ ਹੈ, ਦਿਲ ਮੇਰੇ ਵਿੱਚ ਲੁਕਿਆ ਅਰਮਾਨ ਬੇਸ਼ੱਕ ਖਸ ਲੈ, ਜਿਹੜੇ ਮੈंने ਆਪਣੇ ਦਿਲ ਦੇ ਵਿੱਚ ਅਰਮਾਨ ਪਾਲੇ ਹੋਏ ਨੇ, ਸੇਵਾ ਕੀਤੀ ਹੋਈ ਹੈ, ਮੇਰੇ ਦਿਲ ਦੇ ਵਿੱਚ ਜਿਹੜੀਆਂ ਵੀ ਸਦਰਾਂ ਲੁਕੀਆਂ ਹੋਈਆਂ ਨੇ, ਉਹ ਸਭ ਕੀ ਹੈ, ਇਹ ਪ੍ਰਭੂ ਤੇਰਾ ਹੀ ਦਿੱਤਾ ਸਭ ਕੁਝ ਹੈ, ਬੇਸ਼ੱਕ ਤੂੰ ਸਭ ਕੁਝ ਮੇਰੇ ਤੋਂ ਖਸ ਲੈ, ਖੋਹ ਲੈ। ਮਾਲਕਾ ਤੇ ਸੰਸਾਰ ਤੇਰਾ ਸਵਰਗ ਨਾਲੋਂ ਘੱਟ ਨਹੀਂ, ਮੌਜਾਂ ਸਵਾਦਾਂ ਐਸ਼ ਦੀ ਇਹ ਖਾਣ ਬੇਸ਼ੱਕ ਖਸ ਲੈ। ਹੁਣ ਇਹਦੇ ਵਿੱਚ ਕਵੀ ਕਹਿ ਰਿਹਾ ਕਿ हे ਪ੍ਰਭੂ ਤੇਰਾ ਜਿਹੜਾ ਇਹ ਸੰਸਾਰ ਹੈ ਇਹ ਸਵਰਗ ਨਾਲੋਂ ਵੀ ਬਹੁਤ ਸੋਹਣਾ ਹੈ, ਠੀਕ ਹੈ। ਇਸ ਵਿਚਲੀਆਂ ਜਿਹੜੀਆਂ ਮੌਜਾਂ ਨੇ, ਸਵਾਦ ਨੇ, ਐਸ਼ ਪ੍ਰਸਤੀ ਹੈ, ਖਾਣ ਪੀਣ ਹੈ, ਸਭ ਕੁਝ ਬੇਸ਼ੱਕ ਮੇਰੇ ਤੋਂ ਤੂੰ ਖੋਹ ਲੈ। ਜਨਨਾ ਮੈਂ ਜਨਮ ਇਹ ਉੱਤਮ 84 ਲੱਖ ਤੋਂ, ਮੈਂ ਜਾਣਦਾ ਕਿ ਜਿਹੜਾ ਇਹ ਜਨਮ ਹੈ ਮਨੁੱਖਾ ਜਨਮ ਹੈ ਕੀ ਹੈ ਇਹ 84 ਲੱਖ ਜੂਨਾਂ ਤੋਂ ਬਾਅਦ ਮਿਲਦਾ ਹੈ, ਬਹੁਤ ਹੀ ਅਨਮੋਲ ਹੈ ਇਹ ਜਿਹੜਾ ਮਨੁੱਖਾ ਜੀਵਨ ਹੈ ਇਹ। ਬਖਸ਼ਿਆ ਜਾਮਾ ਤੇਰਾ ਇਨਸਾਨ ਬੇਸ਼ੱਕ ਖਸ ਲੈ, ਜਿਹੜਾ ਤੈਨੇ ਮੈਨੂੰ ਇਨਸਾਨ ਦਾ ਜਾਮਾ ਬਖਸ਼ਿਆ, ਇਨਸਾਨ ਬਣਾਇਆ, ਬੇਸ਼ੱਕ ਇਹ ਵੀ ਜੋ ਵੀ ਤੈਨੇ ਮੈਨੂੰ ਸਭ ਕੁਝ ਦਿੱਤਾ ਹੈ, ਬੇਸ਼ੱਕ ਤੂੰ ਮੇਰੇ ਤੋਂ ਸਭ ਕੁਝ ਖੋਹ ਲੈ। ਮਾਣ ਹੈ ਮੈਨੂੰ ਮੇਰੀ ਜਾਦੂ ਬਿਆਨੀ ਤੇ ਬੜਾ, ਬੇਅਸਰ ਕਰਦੇ ਬੇਸ਼ੱਕ ਇਹ ਮਾਣ ਬੇਸ਼ੱਕ ਖਸ ਲੈ, ਖਸ ਲੈ ਮਤਲਬ ਖੋਹ ਲੈ, ਠੀਕ ਹੈ। ਹੁਜਤਾਂ ਬਹਾਨੇ ਦਲੀਲਾਂ, ਠੀਕ ਹੈ, ਦਲੀਲਬਾਜ਼ੀ, ਫਲਸਫੇ, ਮਰਜ਼ਾਂ, ਦਿਮਾਗੀ ਬਿਮਾਰੀਆਂ, ਠੀਕ ਹੈ, ਲੱਗੀਆਂ, ਉਲਟ ਛੱਡ ਇਹ ਖੋਪਰੀ ਸਭ ਗਿਆਨ ਬੇਸ਼ੱਕ ਖਸ ਲੈ। ਹੁਣ ਇਹਦੇ ਵਿੱਚ ਕਵੀ ਕੀ ਕਹਿੰਦੇ ਨੇ ਕਿ ਮੈਨੂੰ ਮੇਰੀ ਜਿਹੜੀ ਜ਼ਿੰਦਗੀ ਹੈ ਇਹ ਕੀ ਹੈ, ਜ਼ਿੰਦਗੀ ਜਿਹੜੀ ਇਹਦੇ ਤੇ ਮੈਨੂੰ ਬਹੁਤ ਮਾਣ ਹੈ, ਠੀਕ ਹੈ, ਤੇ हे ਪ੍ਰਭੂ ਇਸ ਨੂੰ ਭਾਵੇਂ ਬੇਅਸਰ ਕਰ ਦੇ ਤੂੰ, ਠੀਕ ਹੈ, ਬੇਸ਼ੱਕ ਇਹ ਮੇਰੇ ਤੋਂ ਸਭ ਕੁਝ ਖੋਹ ਲੈ। ਹੁਜਤਾਂ ਦਲੀਲਾਂ ਬੇਸ਼ੱਕ ਕੀ ਨੇ, ਜਿਹੜੀਆਂ ਮੈਨੂੰ ਹੁਜਤਾਂ ਦਲੀਲ ਕਰਨ ਵਾਲੀਆਂ, ਠੀਕ ਹੈ, ਝਾੜਨ ਵਾਲੀਆਂ, ਜੋ ਵੀ ਮੈਨੂੰ ਦਿਮਾਗੀ ਬਿਮਾਰੀਆਂ ਨੇ, ਬਰਕਤਾਂ ਜੋ ਵੀ ਤੈਨੇ ਮੈਨੂੰ ਸਭ ਕੁਝ ਦਿੱਤਾ ਹੋਇਆ, ਬਖਸ਼ਿਸ਼ਾਂ ਦਿੱਤੀਆਂ ਹੋਈਆਂ ਨੇ, ਉਹ ਸਭ ਕੁਝ ਬੇਸ਼ੱਕ ਤੂੰ ਮੇਰੇ ਤੋਂ ਖੋਹ ਲੈ। ਉਲਟ ਛੱਡ ਇਹ ਖੋਪਰੀ ਸਭ ਗਿਆਨ ਬੇਸ਼ੱਕ ਖੋਹ ਲੈ, ਬੇਸ਼ੱਕ ਤੂੰ ਸਭ ਕੁਝ ਛੱਡ ਕੇ ਮੈਨੂੰ ਮੇਰੀ ਜਿਹੜਾ ਦਿਮਾਗ ਹੈ ਉਹਨੂੰ ਵੀ ਉਲਟਾ ਕਰ ਦੇ, ਬੇਸ਼ੱਕ ਮੇਰੇ ਤੋਂ ਸਭ ਕੁਝ ਖੋਹ ਲੈ। ਮੋਹ ਦੀਆਂ ਕੜੀਆਂ ਦੇ ਵਿੱਚ ਲੰਮੀ ਉਮਰ ਇੱਕ ਕੈਦ ਹੈ, ਮੋਹ ਦੀਆਂ ਸੰਸਾਰਿਕ ਜਿਹੜਾ ਕੀ ਹੈ ਮਾਇਆ ਮੋਹ ਹੈ, ਇਹਦੇ ਵਿੱਚ ਜੰਜੀਰਾਂ ਦੇ ਵਿੱਚ ਪਿਆਰ ਦੇ ਵਿੱਚ ਕੀ ਹੈ ਸਾਰੀ ਉਮਰ ਹੈ, ਜਿਹੜੀ ਮੇਰੀ ਲੰਮੀ ਉਮਰ ਹੈ ਉਹ ਸਭ ਕੁਝ ਕੈਦ ਹੈ। ਖਸ ਲੈ ਮੇਰੀ ਜਵਾਨੀ ਬੇਸ਼ੱਕ ਪ੍ਰਾਣ ਬੇਸ਼ੱਕ ਖਸ ਲੈ, ਕਹਿੰਦੇ ਬੇਸ਼ੱਕ ਮੇਰੀ ਜਵਾਨੀ ਵੀ ਖੋਹ ਲੈ, ਮੇਰੇ ਪ੍ਰਾਣ ਵੀ ਖੋਹ ਲੈ। ਇੱਕ ਬਖਸ਼ ਦੇ ਸਿਰਫ, ਲਾਸਟ ਦੇ ਵਿੱਚ ਕਵੀ ਕੀ ਕਰ ਰਹੇ ਨੇ, ਇੱਕ ਬਖਸ਼ ਦੇ ਸਿਰਫ ਇੱਕ ਦੌਲਤ ਵਤਨ ਦੇ ਪਿਆਰ ਦੀ, ਫਿਰ ਬੇਸ਼ੱਕ ਮਰਜ਼ੀ ਤੇਰੀ ਜਿੰਦ ਜਾਨ ਬੇਸ਼ੱਕ ਖਸ ਲੈ। ਹੁਣ ਲਾਸਟ ਦੇ ਵਿੱਚ ਕਵੀ ਕੀ ਕਹਿ ਰਿਹਾ ਹੈ, हे ਪ੍ਰਭੂ ਤੂੰ ਮੇਰੀ ਜਵਾਨੀ ਹੈ ਜਿਹੜੀ ਅਤੇ ਪ੍ਰਾਣ ਬੇਸ਼ੱਕ ਖੋਹ ਲੈ, ਸਭ ਕੁਝ ਖੋਹ ਲੈ, ਪਰ ਜਿਹੜੀ ਕੀ ਹੈ ਮੈਨੂੰ ਸਿਰਫ ਇੱਕ ਮੈਨੂੰ ਆਪਣੇ ਦੇਸ਼ ਦਾ ਜਿਹੜਾ ਕੀ ਹੈ ਪਿਆਰ ਬਖਸ਼ ਦੇ, ਦੇਸ਼ ਦੇ ਪਿਆਰ ਦੀ ਦੌਲਤ ਬਖਸ਼ ਦੇ, ਫਿਰ ਤੇਰੀ ਮਰਜ਼ੀ ਹੈ ਜਿਹੜੀ ਮੈਨੂੰ ਜੋ ਵੀ ਤੈਨੇ ਮੈਨੂੰ ਬਖਸ਼ਿਸ਼ ਦਿੱਤੀ ਹੈ ਉਹਦੇ ਬਦਲੇ ਮੇਰੀ ਜਿੰਦ ਜਾਨ ਕੱਢ ਲੈ, ਤੇ ਬੇਸ਼ੱਕ ਇਸ ਦੇ ਵਿਰੁੱਧ ਕੋਈ ਮੈਨੂੰ ਸ਼ਿਕਾਇਤ ਬਿਲਕੁਲ ਨਹੀਂ ਹੋਵੇਗੀ, ਪਰ ਮੈਨੂੰ ਸਿਰਫ ਕੀ ਮੰਗਦਾ ਲਾਸਟ ਦੇ ਵਿੱਚ ਕਵੀ ਅਰਦਾਸ ਕਵਿਤਾ ਦੇ ਵਿੱਚ ਵੀ ਪ੍ਰਮਾਤਮਾ ਤੈਨੇ ਮੈਨੂੰ ਸਭ ਕੁਝ ਦਿੱਤਾ, ਸਭ ਤੋਂ ਵੱਡੀ ਗੱਲ ਤਾਂ ਕੀ ਹੈ ਜਿਹੜਾ 84 ਲੱਖ ਜੂਨਾਂ ਪੁੱਤ ਕੇ ਕੀ ਹੈ ਇਨਸਾਨ ਨੂੰ ਮਨੁੱਖੀ ਜਨਮ ਮਿਲਦਾ ਹੈ, ਸਭ ਤੋਂ ਜ਼ਿਆਦਾ ਕੀਮਤੀ ਤੇ ਅਨਮੋਲ ਖਜ਼ਾਨਾ ਹੈ, ਠੀਕ ਹੈ। ਇਨਸਾਨ ਨੂੰ ਜਿਹੜਾ ਇਹ ਮਿਲਿਆ ਤਾਂ ਬੇਸ਼ੱਕ ਤੂੰ ਮੇਰੇ ਤੋਂ ਸਭ ਕੁਝ ਖੋਹ ਲੈ, ਪਰ ਸਿਰਫ ਮੈਨੂੰ ਕੀ ਹੈ ਇੱਕ ਦੇਸ਼ ਪਿਆਰ ਦੀ ਦੌਲਤ ਬਖਸ਼ ਦੇ, ਬਸ ਭਾਵੇਂ ਤੂੰ ਮੇਰੇ ਤੋਂ ਜੋ ਮਰਜ਼ੀ ਲੈ ਲੈ। ਹੁਣ ਬੇਟਾ ਦੋਨੋਂ ਕਵਿਤਾਵਾਂ ਦੇ ਵਿੱਚ ਆਪਾਂ ਨੂੰ ਕੀ ਸਿੱਖਿਆ ਮਿਲਦੀ ਹੈ, ਕਿਹੜੀ ਕਵਿਤਾ ਤੋਂ ਸਿੱਖਿਆ ਮਿਲਦੀ ਹੈ ਵੀ ਆਪਾਂ ਨੂੰ ਲਗਾਤਾਰ ਆਪਣੀ ਮੰਜ਼ਿਲ ਦੇ ਵੱਲ ਵੱਧਦੇ ਜਾਣਾ ਚਾਹੀਦਾ, ਆਪਾਂ ਨੂੰ ਕਦੇ ਵੀ ਰੁਕਣਾ ਨਹੀਂ ਚਾਹੀਦਾ ਹੈਗਾ, ਠੀਕ ਹੈ, ਲਗਾਤਾਰ ਬਸ ਚੱਲੀ ਚੱਲੋ, ਪੜ੍ਹੀ ਚਲੋ, ਠੀਕ ਹੈ, ਇੱਕ ਨਾ ਇੱਕ ਦਿਨ ਇਨਸਾਨ ਮਿਹਨਤ ਕਰੀ ਚਲੋ। ਸਭ ਤੋਂ ਵੱਡੀ ਗੱਲ ਕੀ ਹੈ, ਮਿਹਨਤ, ਲਗਨ, ਹੌਸਲਾ, ਠੀਕ ਹੈ, ਸਭ ਕੁਝ ਕੀ ਹੈ ਇਸ ਜੇ ਚੀਜ਼ਾਂ ਸਾਰੇ ਇਨਸਾਨ ਦੇ ਵਿੱਚ ਹੋਣਗੇ ਤਾਂ ਤੁਸੀਂ ਇੱਕ ਨਾ ਇੱਕ ਦਿਨ ਜ਼ਿੰਦਗੀ ਦੇ ਵਿੱਚ ਜ਼ਰੂਰ ਸਫਲ ਹੋਵੋਗੇ, ਠੀਕ ਹੈ। ਅਰਦਾਸ ਕਵਿਤਾ ਦੇ ਵਿੱਚ ਕਵੀ ਕੀ ਕਹਿ ਰਿਹਾ, ਮੈਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈਗੀ, ਪ੍ਰਮਾਤਮਾ ਸਭ ਕੁਝ ਤੈਨੇ ਮੈਨੂੰ ਦਿੱਤਾ ਹੈ। ਇਨਸਾਨ ਨੂੰ ਹੰਕਾਰ ਨਹੀਂ ਕਰਨਾ ਚਾਹੀਦਾ ਹੈਗਾ, ਹਉਮੈ ਦਾ ਤਿਆਗ ਕਰਨਾ ਚਾਹੀਦਾ ਹੈ, ਠੀਕ ਹੈ, ਵੀ ਸਭ ਕੁਝ ਪ੍ਰਮਾਤਮਾ ਤੂੰ ਮੈਨੂੰ ਬਖਸ਼ਿਆ ਹੈ, ਸਭ ਕੁਝ ਤੇਰੇ ਹੀ ਹੈ, ਜਿੰਦ ਜਾਨ ਪੈਸਾ ਦੌਲਤ ਜਾਇਦਾਦ ਸਭ ਕੁਝ ਪ੍ਰਮਾਤਮਾ, ਇੱਜ਼ਤ ਮਾਣ ਸਤਿਕਾਰ ਸਭ ਕੁਝ ਪ੍ਰਮਾਤਮਾ ਤੈਨੇ ਮੈਨੂੰ ਬਖਸ਼ਿਆ ਹੈ, ਤੇ ਸਭ ਕੁਝ ਬੇਸ਼ੱਕ ਮੇਰੇ ਤੋਂ ਖੋਹ ਲੈ। ਕਵੀ ਕਹਿ ਰਿਹਾ ਵੀ ਸਿਰਫ ਮੈਨੂੰ ਇੱਕ ਦੌਲਤ ਜਿਹੜੀ ਵਤਨ ਦੀ ਹੈ, ਵਤਨ ਦਾ ਪਿਆਰ ਹੈ, ਸਿਰਫ ਮੈਨੂੰ ਉਹ ਬਖਸ਼ ਦੇ, ਠੀਕ ਹੈ ਬੇਟਾ, ਥੈਂਕ ਯੂ।